ਇੱਕ ਦਿਨ ਇਸ ਤਰ੍ਹਾਂ ਦਾ ਵੀ ਆ ਗਿਆ ਸੀਗਾ ਕਿ ਇੱਕ ਡਬਲ ਰੋਟੀ ਦੇ ਉੱਤੇ ਸਾਡੇ ਸਾਰੇ ਪਰਿਵਾਰ ਨੇ ਮੀਆਂ ਬੀਵੀ ਨੇ ਗੁਜ਼ਾਰਾ ਕੀਤਾ ਸੀ। कहानी की आ पूरी किवें वक्त समा किवें बदल गया? ਹੋ ਗਏ 23-24 ਸਾਲ ਹੋ ਗਏ ਜੀ ਡਰਾਈਵਰੀ ਕਰਦੇ ਹੋਏ ਜੀ। ਫਿਰ ਚਲੋ ਮਿਹਨਤ ਕੀਤੀ ਜੀ, ਸੋਚਿਆ ਸੀਗਾ ਕਿ ਗੱਡੀ ਪਾਵਾਂ, ਕੁਝ ਪੈਸੇ ਇਕੱਠੇ ਕੀਤੇ ਤੇ ਬੇਟਾ ਸੀਗਾ 3 ਸਾਲ ਦਾ, ਪਹਿਲਾ ਹੀ ਬੇਟਾ ਸੀਗਾ, ਉਹ ਬਿਮਾਰ ਪੈ ਗਿਆ। ਸਭ ਕੁਝ ਉਹਦੇ ਇਲਾਜ ਤੇ ਲੁੱਟ ਗਿਆ, ਜੋ ਗੱਡੀ ਵਾਸਤੇ ਜੋੜੇ ਸੀਗੇ ਉਹ ਵੀ ਲੁੱਟ ਗਏ ਸੀ। ਅੱਜ ਦੇ ਕੀ ਹਾਲਾਤ ਹੈ? ਹਾਲਾਤ ਇਦਾਂ ਦੇ ਅੱਜ ਕਿ ਬਸ ਜੋ ਕਮਾਈ ਦਾ ਉਹ ਖਾਈਦਾ ਜੀ। ਉਤਰਾ ਚੜਾ ਆਉਂਦੇ ਰਹਿੰਦੇ ਜੀ, ਤੁਹਾਨੂੰ ਪਤਾ ਇੱਕ 24 ਸਾਲ ਦੇ ਕੈਰੀਅਰ ਦੇ ਵਿੱਚ ਇੱਕ ਵਾਰ ਨਹੀਂ, ਮੈਂ 2-3 ਵਾਰੀ ਡਿੱਗਿਆ ਜੀ। ਜੀ ਹੁਣ ਫੇਰ ਡਿੱਗਿਆ ਜੀ, ਅੱਜ ਨਹੀਂ ਤਾਂ ਕੱਲ੍ਹ ਇੱਕ ਦਿਨ ਉੱਠਾਂਗਾ ਜੀ। 43 ਸਾਲ ਦੀ ਉਮਰ ਹੈ ਜੀ, ਮੇਰੇ ਕੰਮ ਸਿੱਖਣ ਦੀ ਉਮਰ ਨਹੀਂ ਸਿਖਾਉਣ ਦੀ ਹੈ ਜੀ। ਮੈਂ ਹੁਣ ਖੁਦ ਟਾਇਰਾਂ ਦਾ ਕੰਮ ਸਿੱਖਣ ਲੱਗਿਆ ਜੀ। ਜਿਸ ਦਿਨ ਮੈਂ ਸਰ ਅਲੱਗ ਹੋਇਆ ਸੀ ਘਰ ਤੋਂ, ਇੱਕ ਬੈਗ ਲੈ ਕੇ ਨਿਕਲਿਆ ਸੀਗਾ ਜੀ। ਫਿਰ ਕਿਤੇ ਲੱਖ 2 ਲੱਖ 4 ਲੱਖ ਕਮਾਦੇ ਫਿਰ 2 ਗੱਡੀਆਂ ਦਾ ਮਾਲਕ ਜੀ। ਹਾਲੇ ਹੁਣ ਇਹ ਜੇ ਲੋਕਡਾਊਨ ਨਹੀਂ ਲੱਗਦਾ ਤਾਂ 2021 ਦੇ ਵਿੱਚ ਮੇਰਾ ਫਲੈਟ ਸੀਗਾ ਜੀ ਖਰੜ 'ਚ। इफ्तिकार आरिफ साहब ने फरमाया कि ये बस्तियां हैं कि मख्तल दुआ किए जाएं। मख्तल वो थां हुंदी है जिथे किसी नूं मारिया जांदा, वड्डिया जांदा है। दोबारा दोहरा देना, इफ्तिकार आरिफ साहब कहते ने कि ये बस्तियां हैं कि मख्तल दुआ किए जाएं, दुआ के दिन हैं मुसलसल दुआ किए जाएं। तुसीं द अनम्यूट दे नाल जुड़ चुके हो। मेरा नाम है लंकेश त्रिखा, तुहाडा सारिआं दा इस्तकबाल करदा। जिस गड्डी दे विच बैठा होया उस गड्डी दे मालक दे दिन बदल चुके है। दिन इस करके बदल चुके है कि शायद बदकिस्मती ने बूहे ते दस्तक दिती है। दस्तक इस करके दिती है क्योंकि इम्तिहान दी घड़ी है। पर उस शख्स दे चेहरे दी जिहड़ी मुस्कुराहट है वो कहती है फिर की हो गया, दिन जे पहलां वाले नहीं रहे तो दिन ये भी नहीं हो रहणगे। मैं जिस शख्स का जिक्र कर रहा उसका नाम है ज्ञान सिंह। ज्ञान सिंह एक समय दे विच 2 गड्डियां दा मालक सी। ਉਹ 2 ਗੱਡੀਆਂ ਇੱਕ ਕੰਪਨੀ ਦੇ ਵਿੱਚ ਲੱਗੀਆਂ ਸੀਗੀਆਂ। ਜਦੋਂ ਪਿਛਲੀ ਦਫਾ ਲਾਕਡਾਊਨ ਲੱਗਦਾ ਉਸ ਵਕਤ ਸ਼ਾਇਦ ਉਹ ਵਕਤ ਜੋ ਸੀ ਗਿਆਨ ਸਿੰਘ ਦੇ ਲਈ ਚੰਗਾ ਨਹੀਂ ਸੀਗਾ। ਉਹਨਾਂ ਦੋਵਾਂ ਗੱਡੀਆਂ ਨੂੰ ਕਹਿ ਦਿੱਤਾ ਗਿਆ ਕਿ ਹੁਣ ਸਾਡੀ ਕੰਪਨੀ ਬੰਦ ਹੋਣ ਜਾ ਰਹੀ ਹੈ ਤੇ 2 ਗੱਡੀਆਂ ਦੀ ਹੁਣ ਜ਼ਰੂਰਤ ਨਹੀਂ ਹੈਗੀ ਹੈ। ਉਹ ਸ਼ਖਸ ਜੋ ਮਹੀਨੇ ਦਾ 40,000 ਰੁਪਇਆ ਉਸ ਕੰਪਨੀ ਤੋਂ ਕਮਾਉਂਦਾ ਸੀਗਾ, ਅੱਜ ਉਸਨੇ ਇਸ ਗੱਡੀ ਦੇ ਵਿੱਚ ਇੱਕ ਦੁਕਾਨ ਸੈੱਟ ਕੀਤੀ ਹੈ। उस दुकान दे विच दिखा दांगा कि चाह भी बनाई जाती है, नाल चिप्स बिस्कुट लेज़ हर वो समान वेचा जाता है जिस दे नाल ज्ञान सिंह दे घर दा गुजारा चले। लेकिन 40,000 कमाने वाला ज्ञान सिंह अज दिहाड़ी दे विच सिर्फ ते सिर्फ 250 रुपया कमाउंदा है। लेकिन मैं जिक्र किया उहदे चेहरे की मुस्कुराहट का, चेहरे की मुस्कुराहट बरकरार है। ज्ञान सिंह कहता है कि दिन पहलां वाले नहीं रहे तो दिन ये भी नहीं हो रहणगे। ਗਿਆਨ ਸਿੰਘ ਜੀ, ਤਾਕਤ ਕਿੱਥੋਂ ਲੈ ਕੇ ਆਉਂਦੇ ਹੋ? ਵਕਤ ਬਦਲ ਗਿਆ। ਉੱਪਰ ਵਾਲਾ ਜੀ ਬਜਰੰਗਬਲੀ ਦੇ ਲੜ ਲੱਗੇ ਆ ਜੀ। ਹਾਂਜੀ, ਬਸ ਉਹਨਾਂ ਦੀ ਮਤਲਬ ਬਦੌਲਤ ਜੋ ਵੀ ਹੈਗਾ ਜੀ ਚੱਲੀ ਜਾ ਰਿਹਾ ਆਪਣੇ ਆਸਰੇ ਜੀ। ਕਹਾਣੀ ਕੀ ਆ ਪੂਰੀ, ਕਿਵੇਂ ਵਕਤ ਸਮਾਂ ਕਿਵੇਂ ਬਦਲ ਗਿਆ? ਕਹਾਣੀ ਤੋਂ ਪਹਿਲਾਂ ਜੀ ਮੈਂ ਡਰਾਈਵਰੀ ਕਰਦਾ ਸੀਗਾ ਜੀ। ਅੱਜ ਆਪਣਾ ਹੋ ਗਏ 23-24 ਸਾਲ ਹੋ ਗਏ ਜੀ ਡਰਾਈਵਰੀ ਕਰਦੇ ਹੋਏ ਜੀ। ਫਿਰ ਚਲੋ ਮਿਹਨਤ ਕੀਤੀ ਜੀ, ਸੋਚਿਆ ਸੀਗਾ ਕਿ ਗੱਡੀ ਪਾਵਾਂ ਤੇ ਗੱਡੀ ਪਾਉਣ ਬਾਰੇ ਸੋਚਿਆ ਸੀਗਾ ਤੇ ਕੁਝ ਪੈਸੇ ਇਕੱਠੇ ਕੀਤੇ ਤੇ ਬੇਟਾ ਸੀਗਾ 3 ਸਾਲ ਦਾ, ਪਹਿਲਾ ਹੀ ਬੇਟਾ ਸੀਗਾ, ਉਹ ਬਿਮਾਰ ਪੈ ਗਿਆ। ਹਾਲਤ ਇੱਦਾਂ ਦੇ ਹੋ ਗਏ ਸੀ ਕਿ ਘਰ 'ਚ ਉਹਦਾ ਇਲਾਜ ਕਰਾਉਂਦੇ ਕਿ ਬਈ ਘਰ 'ਚ ਕੁਝ ਵੀ ਨਹੀਂ ਸੀ ਬਚਿਆ ਜੀ। ਸਭ ਕੁਝ ਉਹਦੇ ਇਲਾਜ 'ਤੇ ਲੁੱਟ ਗਿਆ, ਜੋ ਗੱਡੀ ਵਾਸਤੇ ਜੋੜੇ ਸੀਗੇ ਉਹ ਵੀ ਲੁੱਟ ਗਏ ਸੀ। ਆਪਾਂ ਨੇ ਸੋਚਿਆ ਜੀ ਬੇਟਾ ਜ਼ਰੂਰੀ ਹੈ ਨਾ ਕਿ ਗੱਡੀਆਂ। ਬੇਟੇ ਦਾ ਇਲਾਜ ਕਰਵਾਇਆ, ਉਹ ਕਰਾਉਂਦੇ ਚਲੋ ਜੀ ਮਤਲਬ ਇੱਕ ਮੈਡਮ ਸੀਗੇ ਡਾਕਟਰ ਨਿਧੀ, ਡਾਕਟਰ ਹੋਣ ਦੇ ਨਾਤੇ ਉਹਨਾਂ ਨੇ ਆਪਣਾ ਜੋ ਫਰਜ਼ ਸੀਗਾ ਉਹ ਬਖੂਬੀ ਨਿਭਾਇਆ ਜੀ। ਤੇ ਉਹ ਕਹਿੰਦੇ ਤੁਹਾਡੇ ਬੇਟੇ ਦਾ ਇਲਾਜ ਹੋ ਜਾਏਗਾ ਜੀ, ਲੇਕਿਨ ਖਿੱਚੇਗਾ ਲੰਬਾ ਵੀ 13-14 ਸਾਲ ਦੀ ਉਮਰ ਤੱਕ ਇਹ ਕਵਰ ਹੁੰਦੇ ਹੋ ਜਾਏਗਾ ਠੀਕ। ਮੈਂ ਠੀਕ ਹੈ ਜੀ। ਤੇ ਇੱਕ ਦਿਨ ਇਸ ਤਰ੍ਹਾਂ ਦਾ ਵੀ ਆ ਗਿਆ ਸੀਗਾ ਕਿ ਇੱਕ ਡਬਲ ਰੋਟੀ ਦੇ ਉੱਤੇ ਸਾਡੇ ਸਾਰੇ ਪਰਿਵਾਰ ਨੇ ਮੀਆਂ ਬੀਵੀ ਨੇ ਗੁਜ਼ਾਰਾ ਕੀਤਾ ਸੀ। ਮੈਂ ਫਿਰ ਨਹੀਂ ਡਿੱਗਿਆ ਜੀ। ਗੱਡੀਆਂ
ਦਾ ਇਹ ਸੁਪਨਾ ਸੀਗਾ ਮੇਰੇ ਵਾਸਤੇ ਇੱਕ ਬਹੁਤ ਦੂਰ ਰਹਿ ਗਿਆ ਸੀ। ਮੇਰਾ ਇੱਕ ਦੋਸਤ ਸੀਗਾ ਜੀ, ਨਾਮ ਸੀ ਉਹਦਾ ਰਾਹੁਲ। ਅਚਾਨਕ ਮੈਨੂੰ ਫੋਨ ਆਇਆ ਉਹਦਾ ਕਿ ਭਾਜੀ ਮੈਂ ਇੱਕ ਕੰਪਨੀ ਫੜਦਾ, ਆਨਲਾਈਨ ਕੰਪਨੀਆਂ ਫੜੀਆਂ ਤੇ ਤੁਸੀਂ ਕੰਮ ਕਰਨਾ ਕੰਪਨੀਆਂ ਦੇ ਵਿੱਚ ਜੀ। ਮੈਂ ਕਿਹਾ ਜੀ ਕਿੱਦਾਂ ਦਾ ਕੰਮ ਹੋਏਗਾ ਜੀ? ਕਹਿੰਦੇ ਆਪਣਾ ਇਹੀ ਟੈਕਸੀ ਦਾ। ਉਹ ਮੇਰੇ ਕੋਲ ਗੱਡੀ ਸਿੱਖਿਆ ਸੀਗਾ ਜੀ, ਚੇਲਾ ਸੀ ਆਪਣਾ ਜੀ, ਤੇ ਬਹੁਤ ਵਧੀਆ ਸੀਗਾ ਬੰਦਾ ਜੀ ਕਿ ਉਹਨੇ ਸੋਚਿਆ ਸਾਡੇ ਬਾਰੇ। ਤੇ ਚਲੋ ਜੀ ਉਸਨੇ ਥੋੜ੍ਹੀ ਬਹੁਤੀ ਹੈਲਪ ਕੀਤੀ, ਕੁਛ ਮੈਂ ਕੀਤੀ ਜੀ, ਤੇ ਆਪਾਂ ਨੇ ਗੱਡੀ ਲਈ ਜੀ, ਕੰਪਨੀ 'ਚ ਅਟੈਚ ਕੀਤੀ ਤੇ ਕੰਮ ਚੰਗਾ ਚੱਲਿਆ। ਫਿਰ ਦੂਜੀ ਗੱਡੀ ਲਈ, ਇੱਕ ਗੱਡੀ ਫ੍ਰੀ ਹੋ ਗਈ ਜੀ ਤੇ ਦੂਸਰੀ ਫ੍ਰੀ ਹੋਣ ਵਾਲੀ ਸੀਗੀ ਜੀ, ਤੇ ਉਹਦੇ ਕੁਝ ਪੈਸੇ ਰਹਿ ਗਏ ਸੀਗੇ ਜੀ। ਤੇ ਜੋ ਲੋਕਡਾਊਨ ਦੀ ਵਜ੍ਹਾ ਕਰਕੇ ਕੰਪਨੀ ਬੰਦ ਹੋ ਗਈ ਜੀ ਤੇ ਗੱਡੀਆਂ ਬੰਦ ਹੋ ਗਈਆਂ ਚੱਲਣੀਆਂ, ਕਿੱਥੋਂ ਫ੍ਰੀ ਕਰਨੇ ਸੀਗੇ। ਮੈਂ ਕਹਿ ਰਿਹਾ ਸਮਾਂ ਬੜਾ ਬਲਵਾਨ ਹੈ। ਹਾਂਜੀ, ਇੱਕ ਵਕਤ ਸੀ 40,000 ਰੁਪਇਆ ਮਹੀਨੇ ਦਾ ਘਰੇ ਆਉਂਦਾ। ਜ਼ਿਆਦਾ ਵੀ ਹੁੰਦਾ, 60-65 ਤੱਕ ਵੀ ਚਲੇ ਜਾਂਦਾ ਸੀਗਾ ਜੀ। ਅੱਛਾ, ਹਾਂਜੀ ਹਾਂਜੀ। ਅੱਜ ਦੇ ਕੀ ਹਾਲਾਤ ਹੈ? ਹਾਲਾਤ ਇਦਾਂ ਦੇ ਅੱਜ ਕਿ ਬਸ ਜੋ ਕਮਾਈ ਦਾ ਉਹ ਖਾਈਦਾ ਜੀ। ਦੋ ਗੱਡੀਆਂ ਦਾ ਮਾਲਕ ਕੀ ਕੰਮ ਕਰਦਾ ਹੈ ਉਸ ਟਾਈਮ ਤੇ ਜਦੋਂ ਉਹਨਾਂ ਦਾ ਪਰਿਵਾਰ ਇੱਥੇ ਗੱਡੀ ਸਾਂਭ ਰਿਹਾ ਹੁੰਦਾ ਹੈ? ਕੀ ਕਰ ਰਹੇ ਹੁੰਦੇ ਉਦੋਂ? ਮੈਂ ਜੀ ਇਸ ਤਰ੍ਹਾਂ ਕਿ ਬੱਚਿਆਂ ਨੂੰ ਕੀਤਾ ਵੀ ਪਹਿਲਾਂ ਬੱਚਿਆਂ ਨੂੰ ਲਿਆਉਣਾ ਸ਼ੁਰੂ ਕੀਤਾ ਹੌਲੀ ਹੌਲੀ, ਜਦੋਂ ਪੂਰੇ ਪੂਰ ਭੇਤੀ ਹੋ ਗਏ ਇਸ ਕੰਮ ਦੇ ਜੀ। ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇਸ ਚੀਜ਼ ਨਾਲ ਆਪਾਂ ਸਿਰਫ ਜੋ ਆਪਣੀ ਰੋਜ਼ ਰੂਟੀਨ ਦੇ ਖਰਚੇ ਆ, ਦੁੱਧ ਦਾ ਹੋ ਗਿਆ ਜੀ, ਬਾਕੀ ਹੋਰ ਰੂਟੀਨ ਦੇ ਖਰਚੇ ਜੋ ਵੀ ਹੁੰਦੇ ਘਰੇਲੂ ਖਰਚੇ ਜੀ, ਸਿਰਫ ਉਹੀ ਚੱਲਦੇ ਨੇ। ਬਾਕੀ ਕਿਰਾਇਆ ਹੈਗਾ ਜੀ। ਹੁਣ ਜਿਸ ਹਿਸਾਬ ਨਾਲ ਪਹਿਲਾਂ ਰਹਿ ਰਹੇ ਸੀਗੇ ਜੀ, ਇਹ ਤਾਂ ਹੈ ਨਹੀਂ ਕਿ ਉੱਥੋਂ ਤੋਂ ਕੱਢ ਕੇ ਮੈਂ ਬੱਚਿਆਂ ਨੂੰ ਝੌਂਪੜੀ 'ਚ ਲਿਆਵਾਂ ਜੀ, ਉੱਥੇ ਵੀ ਨਹੀਂ ਰਹਿ ਸਕਦੇ ਜੀ। ਤੇ ਕਮ ਰੂਮ ਹੈ, ਮਤਲਬ ਜਾ ਕੇ ਤੁਸੀਂ ਚੈੱਕ ਵੀ ਕਰ ਸਕਦੇ ਆ, ਕੋਈ ਬਹੁਤ ਜ਼ਿਆਦਾ ਉਹ ਨਹੀਂ ਹੈਗਾ ਜੀ, ਐਨ ਵਧੀਆ ਜਗ੍ਹਾ 'ਚ ਰਹਿ ਰਹੇ ਨੇ ਬੱਚੇ ਜੀ। ਕਿ ਇਹ ਨਹੀਂ ਹੈਗਾ ਮੈਂ 200-250 ਰੁਪਏ ਕਮਾ ਰਿਹਾ ਤਾਂ ਬੱਚਿਆਂ ਨੂੰ ਮੈਂ ਉੱਥੋਂ ਤੋਂ ਕੱਢ ਕੇ ਚੰਗੀ ਜਗ੍ਹਾ 'ਚੋਂ ਕੱਢ ਕੇ ਸੜਕ 'ਤੇ ਲਿਆਇਆ ਜੀ, ਝੌਂਪੜੀ 'ਚ ਲਿਆਇਆ ਨਾ, ਉੱਥੋਂ ਨਿਕਲ ਜ਼ਰੂਰ ਆਇਆ ਜੀ। ਪਰ ਜਿੱਥੇ ਉਹ ਰਹਿ ਰਹੇ ਨੇ ਜੀ, ਇੱਥੇ ਵੀ ਕੋਈ ਮਾੜੀ ਜਗ੍ਹਾ ਨਹੀਂ ਹੈਗੀ, ਤੁਸੀਂ ਚੈੱਕ ਕਰ ਸਕਦੇ ਘਰ ਜਾ ਕੇ ਵੀ ਜੀ। ਤੇ ਪਰ ਮੈਨੂੰ ਇਹ ਇਸ ਕਰਕੇ ਉਹਨਾਂ ਨੂੰ ਇੱਥੇ ਇਹ ਅੱਡਾ ਸੰਭਾਲਿਆ ਹੈਗਾ ਜੀ ਕਿ ਜੇ ਆਪਾਂ ਨੇ ਸਿਰਫ ਕਮਾਣਾ, ਖਾਣਾ ਔਰ ਜੀਣਾ ਹੈ ਫਿਰ ਤਾਂ ਚੱਲੀ ਚੱਲੋ। ਜੇ ਮੁੜ ਕੇ ਦੁਬਾਰਾ ਉਸੇ ਲੈਵਲ ਤੇ ਆਣਾ, ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਬੇਟਾ। ਪਹਿਲਾਂ ਤੁਸੀਂ ਏਸੀਆਂ 'ਚ ਚੱਲਦੇ ਸੀਗੇ, ਅੱਜ ਥੋੜ੍ਹਾ ਜਿਹਾ ਧੁੱਪ 'ਚ ਬੈਠ ਕੇ ਦੇਖੋ, ਸੜਕ 'ਤੇ ਬੈਠ ਕੇ ਦੇਖੋ ਪਾਪਾ ਕਿਸ ਤਰ੍ਹਾਂ ਕਮਾਉਂਦਾ ਹੈ। ਬਹੁਤ ਸਾਰੇ ਲੋਕਾਂ ਤੱਕ ਜਦੋਂ ਇਹ ਗੱਲ ਪਹੁੰਚੇਗੀ ਤਾਂ ਸ਼ਾਇਦ ਤੁਹਾਡੀ ਮਦਦ ਵੀ ਕਰਨਗੇ। ਸਰ ਮੈਨੂੰ ਤਾਂ ਨਹੀਂ ਲੱਗਦਾ ਜੀ ਲੋੜ ਹੈ ਕਿਸੇ ਕਿਸਮ ਦੀ ਹੈਲਪ ਦੀ ਜੀ, ਕਿ ਹੱਥ ਪੈਰ ਦਿੱਤੇ ਹੈ ਜੀ। ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਜੀ, ਤੁਹਾਨੂੰ ਪਤਾ ਇੱਕ 24 ਸਾਲ ਦੇ ਕੈਰੀਅਰ ਦੇ ਵਿੱਚ ਇੱਕ ਵਾਰ ਨਹੀਂ, ਮੈਂ 2-3 ਵਾਰੀ ਡਿੱਗਿਆ ਜੀ। ਔਰ ਉਸੇ ਚੀਜ਼ ਨੂੰ ਮੈਂ ਮੁੱਖ ਰੱਖ ਕੇ ਚੱਲਿਆ ਕਿ ਜੇ ਪਹਿਲਾਂ ਡਿੱਗਿਆ ਤਾਂ ਉੱਠਿਆ, ਜਿੰਨੀ ਵਾਰੀ ਡਿੱਗਿਆ ਉੱਠਿਆ ਜੀ, ਹੁਣ ਫੇਰ ਡਿੱਗਿਆ ਜੀ। ਅੱਜ ਨਹੀਂ ਤਾਂ ਕੱਲ੍ਹ ਇੱਕ ਦਿਨ ਉੱਠਾਂਗਾ ਜੀ। ਇਸੇ ਕਰਕੇ ਮੈਂ ਇਹ ਬੱਚਿਆਂ ਨੂੰ ਇਹ ਕੰਮ ਸੰਭਾਲ ਦਿੱਤਾ ਸੀਗਾ ਜੀ। ਤੇ ਮੈਂ ਆਪਣਾ ਇਹ 43 ਸਾਲ ਦੀ ਉਮਰ ਹੈ ਜੀ, ਮੇਰੇ ਕੰਮ ਸਿੱਖਣ ਦੀ ਉਮਰ ਨਹੀਂ, ਸਿਖਾਉਣ ਦੀ ਹੈ ਜੀ। ਤੇ ਮੈਂ ਹੁਣ ਖੁਦ ਟਾਇਰਾਂ ਦਾ ਕੰਮ ਸਿੱਖਣ ਲੱਗਿਆ ਜੀ। ਦੁਕਾਨ ਦਾ ਮਾਲਕ ਹੈ ਜਿਹੜਾ ਜੀ ਸ਼ੋਪ, ਤੇ ਉਸਨੇ ਮੈਨੂੰ ਕਿਹਾ ਜੀ, ਕਹਿੰਦਾ ਤੂੰ ਆਪਣਾ ਕੰਮ ਸਿੱਖ ਲਓ ਇੱਕ ਵਾਰੀ ਮਹੀਨਾ ਲਗਾ ਕੇ, ਤੇ ਉਸ ਤੋਂ ਬਾਅਦ ਫਿਰ ਤੁਹਾਡਾ ਜਿਹੜੀ ਦੁਕਾਨ ਮੈਂ ਤੁਹਾਡੇ ਹੈਂਡਓਵਰ ਕਰ ਦਾਂਗਾ ਜੀ। ਮੈਂ ਜਦੋਂ 8ਵੀਂ ਤੋਂ ਲੈ ਕੇ 10ਵੀਂ ਤੱਕ ਦਾ ਟਾਈਮ ਸੀਗਾ ਜਿਹੜਾ ਜੀ, ਮੈਂ ਸਕੂਲ ਟਾਈਮ ਤੋਂ ਬਾਅਦ ਸਰ ਇੱਧਰ ਉੱਧਰ ਅਵਾਰਾ ਕਰਦੇ ਨਹੀਂ ਸੀ ਕਰਦਾ ਜੀ। ਜਿਹੜਾ ਟਾਈਮ ਹੁੰਦਾ ਸੀਗਾ ਨਾ ਜੀ, ਸਕੂਲ ਤੋਂ ਆਉਣਾ, ਡੰਗਰਾਂ ਨੂੰ ਕੱਕੰਡਾ ਕੀਤਾ ਜੀ, ਜੋ ਵੀ ਘਰ ਦਾ ਕੰਮ ਨਿਪਟਾ ਕੇ ਮੈਂ ਟੇਲਰ ਕੋਲ ਜਾਂਦਾ ਸੀ ਕੰਮ ਸਿੱਖਣ ਜੀ। 8ਵੀਂ ਤੋਂ ਲੈ ਕੇ 10ਵੀਂ ਤੱਕ ਮੈਂ ਟੇਲਰ ਦਾ ਪੂਰਾ, ਲੇਡੀਜ਼ ਔਰ ਜੈਂਟਸ ਟੇਲਰ ਮੈਂ ਦੋਨੋਂ ਪੂਰਾ ਕਾਰੀਗਰ ਸੀਗਾ ਜੀ। ਤੇ ਫਿਰ ਉਸ ਤੋਂ ਬਾਅਦ ਮੈਂ +1 'ਚ ਐਡਮਿਸ਼ਨ ਲੈ ਲਈ ਸੀ ਜੀ। ਉਸ ਵਕਤ ਕੀ ਇਹ ਮੋਬਾਈਲ ਵਗੈਰਾ ਨਹੀਂ ਸੀ ਹੁੰਦੇ ਜੀ, STD PCO ਵਗੈਰਾ ਹੁੰਦੇ ਸੀਗੇ ਜੀ। ਮੈਂ STD PCO ਵਗੈਰਾ ਦਾ ਉਹ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ, ਫੋਟੋ ਸਟੇਟ, ਲੈਮੀਨੇਸ਼ਨ ਵਗੈਰਾ ਜੀ, ਉਹ ਕੰਮ ਸਿੱਖਿਆ। ਤੇ ਉਹ ਮੈਂ ਰੋਪੜ ਕੋਰਟ ਕੰਪਲੈਕਸ ਕੀਤਾ ਵੀ ਹੈ ਜੀ ਸਕੂਲ ਟਾਈਮ ਤੋਂ ਬਾਅਦ ਜੀ। ਤਾਂ ਹੁਣ ਮੈਂ ਸੋਚਿਆ, ਮੈਂ ਕਿਹਾ ਬੇਟਾ ਵੱਡਾ ਹੋ ਗਿਆ ਜੀ, ਹੁਣ ਅਸੀਂ ਤਾਂ ਥੋੜ੍ਹੇ ਜਿਹੇ ਨਾ 13 ਸਾਲ ਦਾ ਹੈਗਾ ਜੀ, ਸਾਲ 2 ਸਾਲ ਹੋਰ ਹੈ ਜੀ, ਉਸ ਤੋਂ ਬਾਅਦ ਇਹਨੇ ਵਿਗੜਨਾ ਸ਼ੁਰੂ ਹੋਣਾ ਜੀ। ਕਿਉਂਕਿ ਹਰ ਕਿਸੇ ਉਹ ਚੀਜ਼ ਆਉਂਦੀ ਆ, ਤੁਹਾਡੇ ਦੀ ਵੀ ਆਈ ਹੈ, ਮੇਰੇ ਦੀ ਵੀ, ਸਭ ਤੇ ਆਉਂਦੀ ਹੈ ਜੀ। ਕਿ ਕਿਉਂ ਨਾ ਇਸ ਨੂੰ ਪਹਿਲਾਂ ਹੀ ਨੱਪ ਲਿਆ ਜਾਏ ਜੀ। ਤਾਂ ਹੁਣ ਉਸੇ ਬੇਟੇ ਨੂੰ ਮੈਂ ਉਹੀ ਸ਼ੁਰੂ ਕਰਾਤਾ ਜੀ ਕਿ ਜੇ ਇਹ ਫਾਸਟ ਫੂਡ ਦਾ ਕੰਮ ਆ ਜੀ, ਦੁਪਹਿਰ ਤੋਂ ਬਾਅਦ ਚੱਲਦਾ। ਇੱਥੇ ਵੈਨ ਲੱਗਦੀ ਫਾਸਟ ਫੂਡ ਦੀ, ਜੋ 버ਗਰ ਸੈਂਡਵਿਚ ਵਗੈਰਾ ਬਣਾਉਂਦੇ ਆ, ਉਹਨਾਂ ਕੋਲੋਂ ਕੰਮ ਸਿਖਾਉਣਾ ਸ਼ੁਰੂ ਕਰਤਾ ਮੁੰਡੇ ਨੂੰ। ਉਹਨਾਂ ਕੋਲ ਬੜਾ ਵਧੀਆ ਕਾਰੀਗਰ ਆ ਮੁੰਡਾ ਜੀ, ਉਹ ਪ੍ਰੋਫੈਸ਼ਨਲ ਕਾਰੀਗਰ ਆ, ਦਿੱਲੀ ਕਿਸੇ ਰੈਸਟੋਰੈਂਟ 'ਚ ਕੰਮ ਕਰਦਾ ਸੀਗਾ ਜੀ। ਤੇ ਜਦੋਂ ਮੈਂ ਉਹਦਾ ਕੰਮ ਕਰਨ ਦਾ ਤਰੀਕਾ ਵਗੈਰਾ ਦੇਖਿਆ, ਤਾਂ ਮੈਂ ਦੇਖਿਆ, ਮੈਂ ਕਿਹਾ ਇਸ ਤੋਂ ਸਿੱਖਿਆ ਹੋਇਆ ਬੰਦਾ ਚਲੋ ਕੁਛ ਨਾ ਕੁਛ ਤਾਂ ਕਰ ਲੇਗਾ। ਮੈਂ ਕਿਹਾ ਬੇਟਾ ਜੋ ਤੂੰ 7ਵੀਂ ਕਲਾਸ 'ਚ ਆ, ਤੂੰ ਜਦੋਂ ਤੱਕ 7ਵੀਂ ਕਲਾਸ ਪੂਰੀ ਕਵਰ ਕਰੇਗਾ ਉਦੋਂ ਤੱਕ ਤੂੰ ਪੂਰਾ ਕਾਰੀਗਰ ਬਣ ਜਾਏਗਾ ਫਾਸਟ ਫੂਡ ਦਾ। ਇੱਕ ਕੰਮ ਤੇਰਾ ਹੋ ਗਿਆ ਇਹ ਪੜ੍ਹਾਈ ਦੇ ਨਾਲ। ਔਰ ਨੰਬਰ 2, ਦੂਸਰਾ, ਜਦੋਂ ਤੇਰਾ ਇਹ ਕੰਮ ਕੰਪਲੀਟ ਹੋ ਜਾਏਗਾ, ਫਿਰ ਮੈਂ ਤੈਨੂੰ ਇੱਕ ਸਿਖਾਉਣਾ ਕੰਮ ਹੇਅਰ ਡਰੈਸਰ ਦਾ। ਕੋਈ ਖਰਚਾ ਨਹੀਂ, ਕੋਈ ਕੁਛ ਨਹੀਂ ਹੈਗਾ, ਸਿਰਫ ਇਨਵੈਸਟਮੈਂਟ ਹੈ ਜੀ।
ਇੱਕ ਵਾਰੀ ਕੀਤੀ ਜੀ, ਲੱਖ 1.5 ਲੱਖ ਰੁਪਏ ਦੀ ਜੀ, ਸਲੂਨ ਖੋਲ ਕੇ ਦੇ ਦਿੱਤਾ। ਉਹ ਤੋਂ ਬਾਅਦ ਕੋਈ ਖਰਚਾ ਨਹੀਂ, ਸਾਰਾ ਪ੍ਰੋਫਿਟ ਹੈ ਜੀ। ਮੈਂ ਕਿਹਾ ਇੱਕ ਕੰਮ ਤੈਨੂੰ ਸਿਖਾਉਣਾ, ਮੈਂ ਇਹ ਕੰਮ ਦੋਨੋਂ ਤੂੰ 10ਵੀਂ ਤੱਕ ਪਹੁੰਚਦੇ ਕਰ ਲੇਗਾ। ਉਸ ਤੋਂ ਬਾਅਦ ਬੇਟਾ +1 +2 ਕਰੇਗਾ, ਤੂੰ ਜੋ ਤੇਰੀ ਹਿੰਮਤ ਹੈ ਕਰੇਗਾ। ਉਹ ਤੋਂ ਬਾਅਦ ਤੇਰੀ ਆਜ਼ਾਦੀ ਹੈ, ਤੂੰ ਜੋ ਸਿੱਖਣਾ ਜੋ ਕਰਨਾ ਉਹ ਕਰ। ਪਰ ਜਦੋਂ ਕੋਈ ਮਾੜਾ ਵਕਤ ਆ ਗਿਆ ਕਿ ਤੇਰੇ ਹੱਥ 'ਚ ਕੋਈ ਕੰਮ ਨਹੀਂ ਰਿਹਾ, ਪਰ ਪੜ੍ਹਾਈ ਦੇ ਰਿਲੇਟਡ ਪੜ੍ਹਨ ਤੋਂ ਬਾਵਜੂਦ ਵੀ ਲੋਕੀ ਦੁਨੀਆ ਘੁੰਮਦੀ ਹੈ ਨਾ ਵਿਹਲੀ ਜੀ, ਉਸ ਵਕਤ ਸੋਚਦੀ ਵੀ ਅਸੀਂ ਹੁਣ ਕੀ ਕਰੀਏ। ਪਰ ਤੂੰ ਨਹੀਂ ਸੋਚੇਗਾ ਕਿਉਂ, ਤੂੰ ਬਾਪ ਦਾ ਚੰਡਿਆ। ਯਾਰ ਤੁਸੀਂ ਇੱਕ ਪਿਓ ਹੋ, ਇੱਕ ਬਾਪ ਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਮਲਾਲ ਤਾਂ ਰਹਿੰਦਾ ਹੀ ਹੈਗਾ ਕਿ ਯਾਰ ਬੱਚੇ ਮੇਰੇ ਇਸ ਤਰੀਕੇ ਦੇ ਨਾਲ ਕੰਮ ਕਰਦੇ ਪਏ ਆ, ਜਾਂ ਉਹਨਾਂ ਨੂੰ ਧੁੱਪ 'ਚ ਵੀ ਕੰਮ ਕਰਨਾ ਪੈ ਰਿਹਾ। ਜਿਹੜੇ ਬੱਚੇ ਕਦੀ ਕਮਰਿਆਂ 'ਚ ਰਹਿੰਦੇ ਸੀਗੇ, ਬਾਹਰ ਨਹੀਂ ਜਾਂਦੇ ਸੀਗੇ, ਸਕੂਲ ਜਾਂਦੇ। ਜੀ ਇਹ ਤਾਂ ਕੰਮ ਸਰ ਉਹ ਹੈ ਜੀ, ਆਪਣਾ ਮੇਰੇ ਡੈਡੀ ਜੀ ਹੈ ਜੀ, ਤੇ ਉਹ ਵੀ ਸਾਡਾ ਸਾਰਾ ਟੋਟਲ ਪਰਿਵਾਰ ਅੱਜ ਸ਼ੁਰੂ ਤੋਂ ਗੱਡੀਆਂ ਘੋੜਿਆਂ 'ਚ ਨਿਕਲਿਆ ਜੀ। ਅੱਜ ਲੋਕੀ 10-10 ਲੱਖ ਰੁਪਏ ਦਾ ਨੰਬਰ ਲੈਂਦੇ ਨਾ, ਜਿਹੜੇ ਜੀ VIP PNZ 23 PNZ 1 ਨੰਬਰ ਜੀ, ਇਹ ਜਿਸ ਟਾਈਮ ਫ੍ਰੀ ਮਿਲਦੇ ਸੀ ਉਸ ਟਾਈਮ ਦੇ ਅਸੀਂ ਇਸ ਲਾਈਨ 'ਚ ਆ ਜੀ। ਹਾਂਜੀ, ਇਸ ਚੀਜ਼ ਦਾ ਕੋਈ ਨਹੀਂ। ਉਸ ਦੇ ਬਾਵਜੂਦ ਵੀ ਸਾਡੇ ਪਿਤਾ ਜੀ ਨੇ ਸਾਡੀ ਮਤਲਬ ਇੰਨੀ ਗੰਦੇ ਤਰੀਕੇ ਨਾਲ ਪਰਵਰਿਸ਼ ਕੀਤੀ ਹੋਈ ਹੈ ਨਾ ਜੀ, ਕਿ ਇਹ ਜਿਹੜੇ ਮਿੱਟੀ ਘਟਾ ਧੁੱਪ ਹਨੇਰੀ ਚੱਕ ਗੰਦਾ ਮਤਲਬ ਸਖਤ ਬਣਾਇਆ ਤੁਹਾਨੂੰ ਬਹੁਤ ਜ਼ਿਆਦਾ ਜੀ, ਹਾਰਡ ਜੀ, ਕਿ ਉਹ ਇਸ ਕਰਕੇ ਕੋਈ ਮਾਇਨੇ ਨਹੀਂ ਰੱਖਦੇ ਜੀ। ਜਿਸ ਦਿਨ ਮੈਂ ਸਰ ਅਲੱਗ ਹੋਇਆ ਸੀ ਘਰ ਤੋਂ, ਇੱਕ ਬੈਗ ਲੈ ਕੇ ਨਿਕਲਿਆ ਸੀਗਾ ਜੀ। ਇੱਕ ਬੈਗ ਸੀਗਾ, ਉਹਦੇ ਵਿੱਚ ਦੋਨਾਂ ਮੀਆਂ ਬੀਬੀ ਦੇ ਕੱਪੜੇ ਸੀਗੇ ਜੀ। ਫਿਰ ਕਿਤੇ ਲੱਖ 2 ਲੱਖ 4 ਲੱਖ ਕਮਾਦੇ ਫਿਰ 2 ਗੱਡੀਆਂ ਦਾ ਮਾਲਕ ਜੀ। ਹਾਲੇ ਹੁਣ ਇਹ ਜੇ ਲੋਕਡਾਊਨ ਨਹੀਂ ਲੱਗਦਾ ਤਾਂ 2021 ਦੇ ਵਿੱਚ ਮੇਰਾ ਫਲੈਟ ਸੀਗਾ ਜੀ ਖਰੜ 'ਚ। ਉਹ ਸਿਰਫ ਕੀ ਹੈ ਕਿ ਲੋਕਡਾਊਨ ਦੀ ਵਜ੍ਹਾ ਕਰਕੇ ਸਾਰਾ ਜੋ ਵੀ ਪਲੈਨਿੰਗ ਸੀਗੀ ਸਿਸਟਮ, ਮੈਂ ਕਿਹਾ ਗੱਡੀਆਂ ਤਾਂ ਫ੍ਰੀ ਹੋ ਗਈਆਂ ਤਕਰੀਬਨ ਜੀ, ਤੇ ਹੁਣ ਗੱਡੀਆਂ ਨੂੰ ਵੇਚਾਂਗੇ ਤੇ ਇਹਨਾਂ ਦੇ ਕੁਝ ਪੈਸੇ ਡਾਊਨ ਪੇਮੈਂਟ ਕਰਕੇ ਨਵੀਆਂ ਗੱਡੀਆਂ ਚੱਕਾਂਗੇ ਤੇ ਉਹ ਆਪਣਾ ਕੰਮ ਕਰਦੀਆਂ ਰਹਿਣਗੀਆਂ ਜੀ। ਜਿਹੜੇ 1.5-2 ਲੱਖ ਰੁਪਏ ਹੋਰ ਬਚੇਗਾ ਪੱਲੇ ਜੀ, ਉਹਦਾ ਆਪਾਂ ਡਾਊਨ ਪੇਮੈਂਟ ਕਰਕੇ ਫਲੈਟ ਲੈ ਲਾਂਗੇ ਜੀ। ਕਿਸ਼ਤ ਉਤਰਦੀ ਰਹੇਗੀ ਜੀ, ਰੈਂਟ ਵੀ ਭਰੇ ਰਹੇ 8-10 ਹਜ਼ਾਰ ਰੁਪਏ ਜੀ, ਐਨੀ ਕਿਸ਼ਤ ਉਤਰੇਗੀ ਜੀ। ਉਹ ਸਾਰਾ ਕੁਝ ਚੌਪਟ ਹੋ ਗਿਆ ਜੀ। ਇਹ ਮੁਕੱਦਰ ਹੈ, ਮੁਕੱਦਰ ਦੇ ਨਾਲ ਗਿਲਾ ਸ਼ਿਕਵਾ ਚੰਗਾ ਨਹੀਂ ਹੁੰਦਾ। ਮੁਕੱਦਰ ਨੂੰ ਹੋਰ ਚੰਗਾ ਬਣਾਇਆ ਜਾ ਸਕਦਾ, ਪਰ ਚੰਗਾ ਕਿਸ ਤਰੀਕੇ ਨਾਲ ਬਣਾਓਗੇ? ਚੰਗਾ ਉਸੇ ਤਰੀਕੇ ਨਾਲ ਬਣਾਓਗੇ ਜਿਸ ਤਰੀਕੇ ਦੇ ਨਾਲ ਆਪਣੇ ਅੰਦਰ ਜਜ਼ਬਾ ਪੈਦਾ ਕਰੋਗੇ। ਜਿਸ ਸ਼ਖਸ ਦੇ ਅੰਦਰ ਜਜ਼ਬਾ ਜ਼ਿੰਦਾ ਹੈ ਉਹ ਕੁਝ ਵੀ ਕਰ ਸਕਦਾ ਹੈ, ਤੇ ਜਿਸ ਦੇ ਅੰਦਰ ਜਜ਼ਬਾ ਮਰ ਗਿਆ, ਹੌਸਲਾ ਮਰ ਗਿਆ, ਉਹ ਇੱਕ ਜ਼ਿੰਦਾ ਲਾਸ਼ ਹੈ, ਮੁਰਦਾ ਹੈ। ਇਹ ਗਿਆਨ ਸਿੰਘ ਹੈ। ਗਿਆਨ ਸਿੰਘ ਦੀ ਕਹਾਣੀ ਦਿਖਾਣੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਅਕਸਰ ਇਹੋ ਜਿਹੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਨੇ, ਇਹੋ ਜਿਹੀਆਂ ਗੱਲਾਂ ਸੁਰਖੀਆਂ ਬਣ ਜਾਂਦੀਆਂ ਨੇ ਅਖਬਾਰਾਂ ਦੀਆਂ ਕਿ ਜੀ ਲੋਕਡਾਊਨ ਲੱਗਾ ਸੀਗਾ, ਹਾਲਾਤ ਮਾੜੇ ਸੀਗੇ ਤੇ ਇਸ ਕਰਕੇ ਫਲਾਣੇ ਬੰਦੇ ਨੇ ਫਾਹਾ ਲੈ ਲਿਆ ਜਾਂ ਕਿਸੇ ਬਿਲਡਿੰਗ ਤੋਂ ਛਾਲ ਮਾਰ ਦਿੱਤੀ। 2 ਗੱਡੀਆਂ ਦਾ ਮਾਲਕ ਕਿਸੇ ਟਾਈਮ ਦੇ ਵਿੱਚ 40,000 ਰੁਪਏ ਕਮਾਉਂਦਾ ਸੀ। ਅੱਜ ਫੁੱਟਪਾਥ ਦੇ ਉੱਤੇ ਉਹੀ ਗੱਡੀ ਖੜੀ ਹੋਈ ਹੈ, ਉਸ ਗੱਡੀ ਦੇ ਵਿੱਚ ਸਟੋਵ ਲੱਗਾ ਹੋਇਆ, ਉਸ ਗੱਡੀ ਦੇ ਵਿੱਚ ਚਾਹ ਬਣਦੀ ਹੈ, ਉਸ ਗੱਡੀ ਦੇ ਵਿੱਚੋਂ ਸਮਾਨ ਵੇਚਿਆ ਜਾਂਦਾ ਹੈ। ਜਦੋਂ ਦਿਨ ਢਲਦਾ ਤੇ ਸ਼ਾਮ ਤੱਕ ਜੇਬ ਦੇ ਵਿੱਚ ਸਿਰਫ ਆਉਂਦੇ ਨੇ 250 ਰੁਪਇਆ ਹਿੱਸੇ ਦੇ ਵਿੱਚ ਆਉਂਦਾ। ਇਹ 40,000 ਰੁਪਏ ਕਮਾਉਣ ਵਾਲੇ ਬੰਦੇ ਦੀ ਕਹਾਣੀ ਹੈ। ਮੈਂ 40,000 ਕਹਿਣਾ, ਪਰ ਗਿਆਨ ਸਿੰਘ ਕਹਿੰਦਾ ਕਿ 40 ਨਹੀਂ ਸੀਗਾ, ਕਦੀ ਵੱਧ ਵੀ ਹੋ ਜਾਂਦੇ ਸੀਗੇ। ਜਿਸ ਸ਼ਖਸ ਨੇ ਖਰੜ ਦੇ ਵਿੱਚ ਫਲੈਟ ਲੈਣ ਬਾਰੇ ਸੋਚਿਆ ਸੀਗਾ, ਜਿਸ ਨੇ ਇਹ ਸੋਚਿਆ ਸੀ ਕਿ ਜ਼ਿੰਦਗੀ ਜਿਹੜੀ ਹੋਏਗੀ ਹੁਣ ਆਰਾਮ ਦੇ ਨਾਲ ਬਿਤਾਵਾਂਗੇ, ਇੱਕ ਲੋਕਡਾਊਨ ਨੇ, ਇਸ ਕਰੋਨਾ ਨੇ ਹਾਲਾਤ ਬਦਲ ਦਿੱਤੇ। ਕੈਮਰੇ ਦੇ ਪਿੱਛੇ ਮੇਰਾ ਸਾਥ ਦੇ ਰਹੇ ਸੀਗੇ ਮੇਰੇ ਸਹਿਯੋਗੀ ਜੱਸੀ। ਮੈਂ ਲੰਕੇਸ਼ ਤ੍ਰਿਖਾ, ਦਾ ਅਨਮਿਊਟ ਦੇ ਨਾਲ ਜੁੜੇ ਰਹੋ।